ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਅੱਜ ਦਾ ਦਿਹਾੜਾ ਹੈ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ। ਸਮੂਹ ਸਿੱਖ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਜੋ ਆਪਾਂ ਨੂੰ ਗੁਰਬਾਣੀ ਗੁਰੂ ਰਾਹੀਂ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਇਹਨਾਂ ਨੂੰ ਪੀਰਾਂ ਦਾ ਨਾਮ ਦਿੱਤਾ। ਇਹ ਆਪਣੇ ਪੀਰ ਨੇ। ਪੀਰ ਕਹਿੰਦੇ ਜਿਹਦਾ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ, ਉਹ ਪੀਰ ਨਹੀਂ ਜਿਹਨੂੰ ਸੰਸਾਰੀ ਜੀਵ ਕਹਿੰਦੇ ਨੇ ਵੀ ਇਹ ਪੀਰ ਨੇ। ਗੁਰਬਾਣੀ ਗੁਰੂ 'ਚ ਪੀਰ ਉਹਨੂੰ ਆਖੇ ਜਿਹੜਾ ਪਰਮਾਤਮਾ ਨੂੰ ਮਿਲ ਚੁੱਕੇ, ਜਿਹਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ, ਉਹਦੇ ਵਿੱਚ ਲੀਨ ਹੋ ਗਿਆ, ਉਹਨੂੰ ਕਹਿੰਦੇ ਇਹ ਪੀਰ ਹੈ। ਆਈ ਗੁਰਦਾਸ ਜੀ ਸਾਨੂੰ ਇਸੇ ਪ੍ਰਥਾਈ ਸਮਝਾਉਂਦੇ ਰਮਾਉਂਦੇ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਗੌਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਇਹ ਆਪਣੇ ਪੀਰ ਨੇ। ਗੁਰੂ ਹਰਗੋਬਿੰਦ ਸਿੰਘ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਾਇਆ, ਉਸੇ ਤਰ੍ਹਾਂ ਹੀ ਸਤਿਗੁਰੂ ਜਿਵੇਂ ਦ੍ਰਿਸ਼ਟ ਮਾਨ ਦੇ ਵਿੱਚ ਉਹਨਾਂ ਨੇ ਰਿਹਾ ਕਰਾਇਆ, ਇਸੇ ਤਰ੍ਹਾਂ ਹੀ ਸਾਡੇ ਮਨ ਨੇ ਜਿਹੜੇ, ਇਹ ਮਨ ਵੀ ਬੰਦੀਖਾਨੇ ਵਿੱਚ ਬੰਦ ਕੀਤੇ ਹੋਏ ਨੇ। ਇਹ ਕਾਲ ਨੇ ਸਾਡੇ ਮਨਾਂ ਨੂੰ ਬੰਦੀਖਾਨੇ ਵਿੱਚ ਸਾਨੂੰ ਮੁਕਤ ਕਰਾਉਂਦੇ। ਹੌੜੋ ਕਿਹੜਿਆ ਬੰਦੀਖਾਨਾ ਹੈ, ਕਿਵੇਂ ਇਹ ਸਾਡੇ ਮਨ ਨੂੰ ਬੰਦੀਖਾਨੇ ਵਿੱਚ ਬੰਦ ਕੀਤਾ ਹੈ, ਅਤੇ ਕਿਵੇਂ ਅਸੀਂ ਇਹ ਬੰਦੀਖਾਨੇ ਵਿੱਚੋਂ ਗੁਰੂ ਦੀ ਮੱਤ ਦੁਆਰਾ ਆਜ਼ਾਦ ਹੋਣਾ।
ਸਤਿਗੁਰੂ ਸਮਝਾਉਂਦੇ ਵੀ ਸਾਡੇ ਮਨ ਨੂੰ ਰਾਜਾ ਬਣਾਏ, ਤੇ ਜਿਹੜਾ ਸਰੀਰ ਇਸ ਨੂੰ ਨਗਰੀ ਕਹਿੰਦੀ, ਕਾਇਆ ਨਗਰੀ, ਇਹ ਮਨ ਰਾਜਾ। ਹੁਣ ਰਾਜੇ ਨੂੰ ਸਪੈਸ਼ਲ ਟ੍ਰੇਨਿੰਗ ਦੇ ਕੇ ਇਸ ਦੇਸ਼ ਵਿੱਚ ਇਸ ਨਗਰੀ ਦਾ ਰਾਜਾ ਬਣਾ ਕੇ ਭੇਜਿਆ ਜਾਂਦਾ ਸੀ। ਮਾਲਕ ਕਹਿੰਦੇ ਵੀ ਮੈਂ ਦੇਖਾਂਗਾ ਤੁਸੀਂ ਕਿਵੇਂ ਰਾਜ ਕਰਦੇ, ਤੇ ਤੁਹਾਡੇ ਰਾਜ ਦੇ ਵਿੱਚ ਪ੍ਰਜਾ ਕਿਵੇਂ ਰਹਿੰਦੀ ਹੈ, ਕਿਵੇਂ ਸੁਖੀ ਵੱਸਦੀ ਹੈ। ਔਰ ਇਹ ਜਿਹੜਾ ਸਰੀਰ ਹੈ, ਇਸ ਨੂੰ ਨਗਰੀ ਕਹਿੰਦੇ, ਇਹਨੂੰ ਦੇਸ਼ ਕਹਿੰਦੇ, ਇਹਨੂੰ ਸ਼ਹਿਰ ਕਹਿੰਦੇ। ਇਹਦੇ ਵਿੱਚ ਕਰੋੜਾਂ ਜੀਵ ਵੱਸਦੇ ਨੇ। ਇਹ ਆਪਣਾ ਦੇਸ਼, ਇਹ ਸਰੀਰ। ਹੁਣ ਮਨ ਨੂੰ ਇਸ ਦੇਹੀ ਦਾ ਰਾਜਾ ਬਣਾਏ, ਤੇ ਰਾਜੇ ਵਾਸਤੇ ਸਪੈਸ਼ਲ ਮਹਿਲ ਬਣਾਏ, ਤੇ ਇਸ ਨੂੰ ਗਿਆਨ ਇੰਦਰੀ, ਕਰਮ ਇੰਦਰੀ ਦਿੱਤੇ, ਕਰਿੰਦੇ ਕਰਮ ਕਰਨ, ਗਿਆਨ ਇੰਦਰੀ। ਹੁਣ ਜਿਉਂ ਹੀ ਮਨ ਰਾਜਾ, ਜਦੋਂ ਇਹਨੂੰ ਟ੍ਰੇਨਿੰਗ ਦਿੱਤੀ ਜਾਂਦੀ, ਜਿੱਥੇ ਦਿੱਤੀ ਜਾਂਦੀ ਇਹਨੂੰ ਟ੍ਰੇਨਿੰਗ ਸੁੰਨ ਮੰਡਲ ਵਿੱਚ, ਉਹਨੂੰ ਬੇਗਮਪੁਰੇ ਸ਼ਹਿਰ ਦਾ ਨਾਮ ਦਿੱਤਾ। ਉੱਥੇ ਸੂਖਮ ਆਕਾਰ ਹੁੰਦੇ। ਜਦੋਂ ਇਹ ਰਾਜ ਕਰਦਾ, ਇਹਦੇ ਰਾਜ ਦੇ ਵਿੱਚ ਕਿਸੇ ਨੂੰ ਕੋਈ ਗਮ ਨਹੀਂ ਹੁੰਦਾ, ਕੋਈ ਚਿੰਤਾ, ਕੋਈ ਫਿਕਰ ਨਹੀਂ, ਸਾਰੇ ਬੇਗਮ ਰਹਿੰਦੇ। ਤੇ ਸਾਰੀ ਜਦੋਂ ਇਹਦੀ ਟ੍ਰੇਨਿੰਗ ਮੁਕੰਮਲ ਹੋ ਜਾਂਦੀ, ਫਿਰ ਇਹਨੂੰ ਭੇਜਿਆ ਜਾਂਦਾ ਇਸ ਸਰੀਰ ਦੇ ਵਿੱਚ ਵੀ ਹੁਣ ਜਾਓ ਤੁਸੀਂ ਉਹ ਨਗਰ 'ਤੇ ਰਾਜ ਕਰੋ, ਉਹ ਦੇਸ਼ 'ਤੇ ਰਾਜ ਕਰੋ। ਜਿਉਂ ਹੀ ਮਨ ਰਾਜਾ ਇਸ ਲੋਕ ਵਿੱਚ ਪ੍ਰਵੇਸ਼ ਹੁੰਦਾ ਹੈ, ਆਪਾਂ ਆਉਂਦੇ ਹਾਂ ਇਸ ਸਰੀਰ ਦੇ ਵਿੱਚ। ਇਸ ਦੇਸ਼ ਦਾ ਜੋ ਮੁਖੀ ਹੈ ਉਹ ਕਾਲ ਹੈ, ਇਹ ਕਾਲ ਦਾ ਦੇਸ਼। ਜਿਉਂ ਹੀ ਮਨ ਰਾਜਾ ਪਰਲੋਕ ਦੇ ਵਿੱਚੋਂ ਆਇਆ, ਪਹਿਲਾਂ ਨਿਜ ਮਹਿਲ 'ਚ ਅਸੀਂ ਆਏ। ਜਦੋਂ ਇਹ ਨਿਜ ਮਹਿਲ ਤੋਂ ਇੱਧਰ ਬਾਹਰ ਆਇਆ, ਜਿਹੜਾ ਕਾਲ ਸੀ ਉਹ ਜਿੰਨੀਆਂ ਵੀ ਸੁੱਖ ਸਹੂਲਤਾਂ ਦੇ ਸਕਦਾ ਸੀ, ਉਹ ਦਰਸ਼ਨੀ ਭੇਟਾ ਲੈ ਕੇ ਅੱਗੇ ਦਰ ਦੇ ਮਨ ਦੇ ਹਾਜ਼ਰ ਹੋ ਜਾਂਦਾ ਵੀ ਰਾਜਾ ਮੇਰੇ ਦੇਸ਼ ਦੇ ਵਿੱਚ ਪ੍ਰਵੇਸ਼ ਹੋ ਰਹੀ ਹੈ। ਜਿਉਂ ਹੀ ਮਨ ਰਾਜਾ ਇੱਧਰ ਮਹਿਲ ਤੋਂ ਬਾਹਰ ਆਇਆ, ਕਾਲ ਨੇ ਨਮਸਕਾਰ ਕੀਤੀ ਤੇ ਅੱਗੇ ਭੇਟਾ ਸੀ ਜਿਹੜੀ ਉਹ ਹਾਜ਼ਰ ਕੀਤੀ। ਮਾਰੇ ਗੁਰਬਾਣੀ ਜਿੱਥੇ ਫਰਮਾਉਂਦੇ, ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ। ਬਈ ਜਿਉਂ ਹੀ ਕਾਲ ਦਰ 'ਤੇ ਖੜ੍ਹਾ ਹੈ, ਉਹਨੇ ਅੱਗੇ ਭੇਟਾ ਪੇਸ਼ ਕੀਤੀ ਵੀ ਰਾਜਾ ਸਾਡੇ ਦੇਸ਼ ਵਿੱਚ ਆਏ। ਤੇ ਕਾਲ ਇਸ ਦੇਸ਼ ਦੇ ਵਿੱਚ ਰਾਜੇ ਦੇ ਨਾਲ ਨਾਲ ਚੱਲਣ ਲੱਗੇ। ਹੁਣ ਇੱਧਰ ਇਹ ਕਾਲ ਦੇ 5 ਜਰਨੈਲ ਨੇ, ਕਾਮ, ਕ੍ਰੋਧ, ਲੋਭ, ਅਹੰਕਾਰ। ਇਹਨਾਂ ਨੇ ਸਾਰਿਆਂ ਨੂੰ ਇੱਧਰ ਧੜਿਆਂ ਦੇ ਵਿੱਚ ਵੰਡਿਆ ਹੋਇਆ। ਧੜਿਆਂ 'ਚ ਵੰਡ ਕੇ ਇੱਧਰ ਇਹ ਰਾਜ ਆਪ ਕਰਦੇ ਨੇ। ਇਹਨਾਂ ਨੂੰ ਇਹ ਆਪਣੇ ਮਨਾਂ ਨੂੰ ਗੁਲਾਮ ਬਣਾ ਲੈਂਦੇ, ਤੇ ਗੁਲਾਮ ਬਣਾ ਕੇ ਫਿਰ ਇਹ ਆਪਦਾ ਰਾਜ ਚਲਾਉਂਦੇ। ਜਦੋਂ ਇਹਨਾਂ ਨੇ ਦੇਖਿਆ ਵੀ ਸਾਡਾ ਮੁਖੀ ਜੋ ਕਾਲ ਵੀ ਇਹ ਨਮਸਕਾਰ ਕਰ ਰਹੀ ਹੈ, ਵੀ ਇਹ ਕੌਣ ਹੈ, ਤੇ ਇਹਨਾਂ ਨੇ ਵੀ ਨਮਸਕਾਰ ਕਰਨੀ ਸ਼ੁਰੂ ਕੀਤੀ। ਮਾਰੇ ਫਰਮਾਉਂਦੇ, ਸਗਲ ਸ੍ਰਿਸ਼ਟ ਕੀ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਵਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੀ ਸਲਾਮ। ਜਦੋਂ ਇਹਨਾਂ ਨੇ ਵੀ ਸਲਾਮ ਕੀਤੀ, ਕਾਲ ਉਹਨਾਂ ਨੂੰ ਇਸ਼ਾਰੇ ਨਾਲ ਸਮਝਾਉਂਦਾ ਹੈ ਵੀ ਇਹ ਮਨ ਰਾਜਾ ਹੈ, ਆਪਣੇ ਦੇਸ਼ ਵਿੱਚ ਆਏ, ਇਹਨੂੰ ਇੰਨੀਆਂ ਸੁੱਖ ਸਹੂਲਤਾਂ ਦਿਓ ਵੀ ਇਹ ਆਪਦੇ ਘਰ ਨੂੰ ਭੁੱਲ ਜੇ, ਵੀ ਇਹਨੂੰ ਲੱਗੇ ਮੇਰੇ ਰਾਜ ਦੇ ਵਿੱਚ ਸਾਰਾ ਕੁਝ ਠੀਕ ਚੱਲ ਰਿਹਾ, ਵਧੀਆ ਚੱਲ ਰਿਹਾ।
ਇਹਨੂੰ ਬੰਦੀਖਾਨੇ 'ਚ ਲੈ ਜਾਓ, ਇਹਨੂੰ ਸ਼ਰਾਬਖਾਨੇ 'ਚ ਲੈ ਜਾਓ, ਇਹਨੂੰ ਸ਼ਰਾਬ ਮੱਧ ਪਿਆਓ, ਮੱਧ ਪਿਆ ਦਿਓ ਤਾਂ ਕਿ ਇਹਨੂੰ ਨਸ਼ਾ ਹੋ ਜੇ, ਇਹਦੀ ਸੁੱਧ ਬੁੱਧ ਮਾਰੀ ਜਾਵੇ। ਫਿਰ ਇਹਨੂੰ ਬੰਦੀ ਬਣਾਉਣਾ ਸੌਖਾ ਹੋ ਜਾਏਗਾ। ਫਿਰ ਇਹਨੂੰ ਬੰਦ ਕਰ ਦਿਆਂਗੇ ਬੰਦੀਖਾਨੇ ਵਿੱਚ। ਔਰ ਇਸੇ ਤਰ੍ਹਾਂ ਹੀ ਫਿਰ ਮਨ ਨੂੰ ਘੁਮਾਉਂਦੇ ਘੁਮਾਉਂਦੇ ਇਹ ਸ਼ਰਾਬਖਾਨੇ ਵਿੱਚ ਲੈ ਜਾਂਦੇ। ਉੱਥੇ ਲਿਜਾ ਕੇ ਮਨ ਨੂੰ ਇਹ ਮੱਧ ਦੇਣੀ ਸ਼ੁਰੂ ਕਰਦੀ। ਮੱਧ ਫਿਰ ਕੌਣ ਬਣਦਾ ਹੈ? ਮੱਧ ਕਹਿੰਦੇ ਸ਼ਰਾਬ ਨੂੰ। ਜਿਹੜਾ ਕਾਮ ਸੀ ਉਹ ਕਾਮ ਮੱਧ ਬਣ ਜਾਂਦਾ। ਮਾਰੇ ਕਹਿੰਦੇ ਕਲ ਵਾਲੀ ਕਾਮ ਮੱਧ ਮਨੁਆ ਪੀਵਨ ਹਾਰ। ਬੇਕਾਮ ਦੀ ਮੱਧ ਬਣ ਗਈ। ਇੱਕ ਜਾਣਾ ਕਟੋਰੀ ਬਣ ਗਿਆ ਤੇ ਇੱਕ ਨੇ ਚੱਕ ਕੇ ਇਹਦੇ ਮੂੰਹ ਨੂੰ ਲਾ ਦਿੱਤੀ। ਇਸ ਤਰ੍ਹਾਂ ਫਿਰ ਇਹਨੂੰ ਇਹ ਮੱਧ ਦੇਣੀ ਸ਼ੁਰੂ ਕਰਦੇ। ਮਾਰੇ ਕਹਿੰਦੇ ਕਲ ਵਾਲੀ ਕਾਮ ਮੱਧ ਮਨੁਆ ਪੀਵਨ ਹਾਰ। ਕ੍ਰੋਧ ਕਟੋਰੀ ਮੋਹ ਭਰੀ ਪਿਲਾਵਾ ਹੰਕਾਰ। ਮਜਲਸ ਕੂੜੇ ਲੱਭ ਕੀ ਪੀਪੀ ਹੋਏ ਖਵਾਰ। ਇਹਨਾਂ ਨੇ ਫਿਰ ਇਸ ਤਰ੍ਹਾਂ ਇਹਨੂੰ ਮੱਧ ਦੇਣੀ ਸ਼ੁਰੂ ਕਰ ਦਿੱਤੀ। ਮੱਧ ਇਹ ਮੱਧ ਦਿੱਤੀ ਜਾਂਦੇ, ਪੀਤੀ ਜਾਂਦੀ। ਇਹ ਦਿੱਤੀ ਜਾਂਦੇ, ਹੋਰ ਪੀਤੀ ਜਾਂਦੀ। ਤੇ ਕਾਲ ਨੂੰ ਪੁੱਛਦੇ ਵੀ ਇਹ ਤਾਂ ਪੀਣੋਂ ਹਟਦਾ ਹੀ ਨਹੀਂ। ਤੁਸੀਂ ਕਹਿੰਦੇ ਸੀ ਇਹਨੂੰ ਨਸ਼ਾ ਹੋ ਜਾਏਗਾ, ਇਹ ਤਾਂ ਪੀਣੋਂ ਹੀ ਨਹੀਂ ਹਟਦਾ। ਪੀਤੀ ਜਾਂਦਾ, ਪੀਤੀ ਜਾਂਦੀ। ਬਈ ਕਿਵੇਂ ਪਤਾ ਲੱਗੇ ਵੀ ਇਹਨੂੰ ਮੱਧ ਚੜ੍ਹਦੀ ਵੀ, ਇਹਨੂੰ ਨਸ਼ਾ ਹੁੰਦਾ ਵੀ ਹੈ ਕਿ ਜਾਂ ਨਹੀਂ ਹੁੰਦਾ? ਕਿਉਂਕਿ ਉਹ ਡਰਦੇ ਵੀ ਨੇ ਵੀ ਰਾਜਾ ਹੈ। ਕਾਲ ਕਹਿੰਦਾ ਵੀ ਇਹਨੂੰ ਦੇਣੀ ਬੰਦ ਕਰ ਦਿੱਤੀ। ਜਦੋਂ ਦੇਣੀ ਬੰਦ ਕਰ ਦੋਗੇ, ਜੇ ਇਹਨੇ ਆਪ ਮੰਗਣੀ ਸ਼ੁਰੂ ਕਰ ਦਿੱਤੀ ਤੇ ਸਮਝ ਲਓ ਇਹਨੂੰ ਨਸ਼ਾ ਹੋ ਗਈ, ਚੜ੍ਹ ਗਿਆ ਨਸ਼ਾ। ਉਹ ਫਿਰ ਕੀ ਕਰਦੇ? ਉਹ ਦੇਣੀ ਬੰਦ ਕਰ ਦਿੰਦੇ। ਜਦੋਂ ਦੇਣੀ ਬੰਦ ਕਰਦੇ, ਆਪ ਹੀ ਮੰਗਣਾ ਸ਼ੁਰੂ ਕਰ ਦਿੰਦੇ। ਮੈਨੂੰ ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਦਿਓ। ਜਿਵੇਂ ਕਿਵੇਂ ਇਹ ਸਾਡੇ ਮਨ ਨੂੰ ਇਹ ਜ਼ਹਿਰ ਦਿੰਦੇ। ਜਦੋਂ ਬੱਚਾ ਹੁੰਦਾ ਨਾ, ਆਪਾਂ ਪਰਵੇਸ਼ ਹੁੰਦੇ ਇਸ ਸੰਸਾਰ ਦੇ ਵਿੱਚ। ਪਹਿਲਾਂ ਜਦੋਂ ਬੱਚਾ ਆਉਂਦਾ ਉਹਨੂੰ ਪੂਰੀਆਂ ਸੁੱਖ ਸਹੂਲਤ ਹਰ ਇੱਕ ਬਿਨਾਂ ਮੰਗੇ ਤੋਂ ਹੀ ਦਿੱਤੀ ਜਾਂਦੀ। ਆਹ ਵੀ ਦੇ ਦਿਓ, ਆਹ ਵੀ ਦੇ ਦਿਓ, ਆਹ ਵੀ ਸਾਰੀ ਦਿੰਦੀ। ਜਦੋਂ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ, ਸੁਰਤ ਸੰਭਾਲ ਲੈਂਦਾ, ਫਿਰ ਇੱਧਰ ਇਹਨਾਂ ਚੀਜ਼ਾਂ ਦੇ ਨਾਲ ਉਹਦਾ ਪੈ ਜਾਂਦਾ ਪਿਆਰ। ਇਹ ਮਾਇਆ ਇਹਨਾਂ ਦੇ ਨਾਲ ਪਿਆਰ ਪਾ ਦਿੰਦੀ। ਇਹਨੂੰ ਮੱਧ ਕਹਿੰਦੀ। ਫਿਰ ਜਦੋਂ ਇਹਦੇ ਨਾਲ ਦ੍ਰਿਸ਼ਟ ਮਨ ਨਾਲ ਪਿਆਰ ਪੈ ਜਾਂਦਾ, ਮਾਂ ਪਿਓ ਕੁਛ ਦਿੰਦੇ ਵੀ ਨਹੀਂ, ਵੀ ਨਹੀਂ ਦੇਣਾ, ਅਤੇ ਉਹ ਫਿਰ ਰੋਂਦਾ ਵੀ ਦਿੰਦੇ ਕਿਉਂ ਨਹੀਂ? ਮੈਨੂੰ ਚਾਹੀਦਾ, ਮੈਨੂੰ ਆਹ ਖਿਡੌਣੇ ਚਾਹੀਦੇ, ਮੈਨੂੰ ਆਹ ਖਾਣ ਨੂੰ ਚਾਹੀਦਾ, ਮੈਨੂੰ ਉਹ ਚਾਹੀਦਾ, ਮੈਨੂੰ ਉਹ ਚਾਹੀਦਾ। ਜਦੋਂ ਇਸ ਤਰ੍ਹਾਂ ਅਸੀਂ ਮੰਗਣਾ ਸ਼ੁਰੂ ਕਰ ਦਿੱਤਾ, ਉਦੋਂ ਕਹਿੰਦੇ ਜ਼ਹਿਰ ਚੜ੍ਹ ਗਿਆ, ਮੱਧ ਚੜ੍ਹ ਗਈ। ਹੁਣ ਕਿਉਂਕਿ ਇਹਨੇ ਉਹਨੇ ਹੋਰ ਮੰਗਣਾ ਸ਼ੁਰੂ ਕਰ ਦਿੱਤਾ ਵੀ ਮੈਨੂੰ ਹੋਰ ਚਾਹੀਦਾ। ਉਦੋਂ ਜਿਹੜਾ ਇਹਦਾ ਸਬਰ, ਇਹ ਸਬਰ ਟੁੱਟ ਜਾਂਦਾ। ਫਿਰ ਆਪਦੇ ਆਪ ਹੀ ਮੰਗੀ ਜਾਂਦਾ ਵੀ ਹੋਰ ਚਾਹੀਦਾ, ਹੋਰ ਦੇਵੋ, ਹੋਰ ਦੇਵੋ। ਮਹਾਰਾਜ ਇੱਥੇ ਦੱਸਦੇ, ਨਾ ਸਬਰ ਹੋਵੇ ਫਿਰ ਮੰਗੇ ਨਾਰਦ ਕਰੇ ਖਵਾਰੀ। ਲੱਭ ਅੰਧੇਰਾ ਬੰਦੀਖਾਨਾ ਔਗਣ ਪੈਰ ਲਹਰ। ਫਿਰ ਇਹ ਸਮਝ ਜਾਂਦੇ ਵੀ ਹੁਣ ਇਹਨੂੰ ਜ਼ਹਿਰ ਚੜ੍ਹ ਗਿਆ। ਅਤੇ ਜ਼ਹਿਰ ਚੜ੍ਹ ਗਿਆ ਅਤੇ ਕਾਲ ਕਹਿੰਦਾ ਵੀ ਹੁਣ ਇਹਨੂੰ ਜਾ ਕੇ ਬੰਦੀਖਾਨੇ 'ਚ ਬੰਦ ਕਰ ਸੀ। ਔਰ ਉਹ ਬੰਦੀਖਾਨੇ ਵਿੱਚ ਜਿੱਥੇ ਮਨ ਨੂੰ ਲਿਜਾ ਕੇ ਬੰਦ ਕਰ ਦਿੰਦੇ, ਉਹ ਕਿੱਦਾਂ ਦਾ ਬੰਦੀਖਾਨਾ? ਉੱਥੇ ਹਨੇਰੀ ਹਨੇਰ, ਲੱਭ ਅੰਧੇਰਾ ਬੰਦੀਖਾਨਾ, ਔਗਣ ਪੈਰ ਲਹਾਰੀ। ਵੀ ਔਗਣਾਂ ਦੀ ਜੰਜੀਰ ਪਾ ਦਿੱਤੀ ਅਤੇ ਉੱਥੇ ਲਿਜਾ ਕੇ ਬੰਦੀਖਾਨੇ ਵਿੱਚ ਬੰਦ ਕਰ ਦਿੱਤੀ।
ਹੁਣ ਜਿੱਥੇ ਬੰਦੀਖਾਨੇ ਵਿੱਚ ਮਨ ਨੂੰ ਬੰਦ ਕੀਤਾ, ਉੱਥੇ ਇਹਨੂੰ ਕਿਸੇ ਕਿਸਮ ਦਾ ਕੋਈ ਆਸਰਾ ਨਹੀਂ ਰਹਿਣ ਦਿੰਦੇ ਵੀ ਇੱਥੋਂ ਕਿਤੇ ਨਿਕਲ ਨਾ ਜਾਵੇ। ਨਾ ਇਹਨੂੰ ਕਿਸੇ ਵੇੜੇ ਦਾ, ਨਾ ਵੰਝ ਦਾ, ਨਾ ਮਲਾਰ ਦਾ, ਨਾ ਤੁਲਾ ਦਾ, ਕੋਈ ਇਹਨੂੰ ਆਸਰਾ ਨਹੀਂ ਛੱਡਦੇ ਵੀ ਇੱਥੋਂ ਨਿਕਲ ਨਾ ਸਕੀ। ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਇੱਥੇ ਦੱਸਦੇ ਵੀ ਕਿੱਦਾਂ ਦਾ ਇਹ ਬੰਦੀਖਾਨਾ ਜਿੱਥੇ ਮਨ ਨੂੰ ਬੰਦ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਐਸਾ ਬੰਦੀਖਾਨਾ ਹੈ ਵੀ ਜਿੱਥੇ ਅੰਧਕੂਪ ਹੈ, ਕੁਝ ਦਿਖਾਈ ਨਹੀਂ ਦਿੰਦਾ, ਨਾ ਹੀ ਕੋਈ ਆਸਰਾ ਮਨ ਨੂੰ ਨਿਕਲਣ ਵਾਸਤੇ। ਮਹਾਰਾਜ ਕਹਿੰਦੇ ਮਾਇਆ ਮੋਹ ਗਵਾਰ, ਤਿਸ ਦਾ ਦਿਸੇ ਔਰ ਵਾਰ ਨਾ ਪਾਰ। ਬਈ ਇੱਥੋਂ ਇਹਨੂੰ ਨਾ ਔਰਲਾ ਪੰਨਾ ਨਾ ਪਰਲਾ ਪੰਨਾ, ਕੁਛ ਦਿਸਦਾ ਹੀ ਨਹੀਂ, ਦਿਖਾਈ ਨਹੀਂ ਦਿੰਦਾ। ਅਤੇ ਸਤਿਗੁਰੂ ਕਹਿੰਦੇ ਬਈ ਫਿਰ ਇਹਨੂੰ ਇੱਥੇ ਕੋਈ ਆਸਰਾ ਨਹੀਂ, ਨਾ ਤੁਲਹਾ, ਨਾ ਵੇੜੀ, ਨਾ ਤਿਸ ਵੰਝ ਮਲਾਰ। ਬਈ ਨਾ ਇਹਨੂੰ ਕੋਈ ਬੇੜੇ ਦਾ, ਨਾ ਤੁਲਹੇ ਦਾ ਕੋਈ ਆਸਰਾ ਨਹੀਂ ਛੱਡਦੇ ਵੀ ਉੱਥੇ ਇਹਨੂੰ ਲਿਜਾ ਕੇ ਬੰਦ ਕਰ ਦਿੱਤਾ। ਹੁਣ ਜਦੋਂ ਮਨ ਨੂੰ ਉੱਥੇ ਬੰਦ ਕਰਦੀ, ਉੱਥੇ ਫਿਰ ਇਹਨੂੰ ਭੁੱਖਿਆ ਰੱਖਿਆ ਜਾਂਦਾ, ਇਹਨੂੰ ਕੈਦੀ ਬਣਾ ਲੈਂਦੀ, ਗੁਲਾਮ ਬਣਾ ਲੈਂਦੀ। ਇਹਨੂੰ ਫਿਰ ਉੱਥੇ ਜਦੋਂ ਗੁਲਾਮ ਬਣਾ ਲੈਂਦੇ, ਇਹਨੂੰ ਭੁੱਖਾ ਰੱਖਦੇ, ਇਹਦੀ ਖੁਰਾਕ ਜਿਹੜੀ ਇਹਦੇ ਤੱਕ ਪਹੁੰਚਣ ਨਹੀਂ ਦਿੰਦੇ, ਅੰਮ੍ਰਿਤ ਮਨ ਤੱਕ। ਜੇ ਜਾਗ ਪਿਆ ਇਹ ਆਪਾਂ ਨੂੰ ਗੁਲਾਮ ਬਣਨਾ ਪੈਣਾ। ਹੁਣ ਇਹਨੂੰ ਗੁਲਾਮ ਬਣਾਏ। ਮਾਰੇ ਦੱਸਦੇ ਫਿਰ ਇੱਥੇ ਇਹ ਮਨ ਦੀ ਜਿਹੜੀ ਖੁਰਾਕ ਉਹ ਚੋਰੀ ਕਰੀ ਜਾਂਦੀ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰ। ਬਈ ਇੱਥੇ ਫਿਰ ਇਹ ਖੁਰਾਕ ਵੀ ਨਹੀਂ ਮਨ ਨੂੰ ਦਿੰਦੇ, ਪਹੁੰਚਣ ਦਿੰਦੇ, ਰਸਤੇ 'ਚ ਹੀ ਚੋਰੀ ਕਰ ਲੈਂਦੇ। ਅਤੇ ਮਨ ਨੇ ਜਿਹੜਾ ਕੱਪੜਾ ਪਾਉਣਾ ਸੀ ਸਿਫਤ ਸਲਾਹ ਦਾ, ਉਹ ਵੀ ਨਹੀਂ ਦਿੰਦੇ, ਮਨ ਨੂੰ ਨੰਗਿਆਂ ਰੱਖਦੀ। ਹੁਣ ਮਨ ਦੀ ਫਿਰ ਕੀ ਹਾਲਤ ਇੱਥੇ ਹੋ ਜਾਂਦੀ, ਜਦੋਂ ਇਹਨੂੰ ਭੁੱਖਾ ਰੱਖਦੀ, ਨੰਗਾ ਰੱਖਦੀ, ਫਿਰ ਇਹਨੂੰ ਕੁੱਟਦੀ, ਮਾਰਦੀ। ਫਿਰ ਇਹਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੰਦੇ ਲੋਭ ਦੀਆਂ, ਗਲ ਦੇ ਵਿੱਚ ਫਾਹੀ ਪਾ ਦਿੰਦੀ ਵੀ ਇੱਥੋਂ ਨਿਕਲ ਨਾ ਸਕੇ, ਇੱਥੋਂ ਕਿਸੇ ਆਜ਼ਾਦ ਨਾ ਹੋ ਸਕੇ। ਹੁਣ ਜਦੋਂ ਫਿਰ ਇਹ ਇੱਦਾਂ ਦੇ ਬੰਦੀਖਾਨੇ ਵਿੱਚ ਬੰਦ ਕੀਤਾ ਹੋਇਆ ਮਨ, ਨਾ ਇਹਨੂੰ ਕੋਈ ਆਸਰਾ, ਫਿਰ ਇਹਨੂੰ ਭੁੱਖਾ ਰੱਖਦੇ, ਪਿਆਸਾ ਰੱਖਦੇ, ਨੰਗਾ ਰੱਖਦੇ, ਅਤੇ ਇਹ ਤੋਂ ਵੰਗਾਰ ਕਰਾਉਂਦੇ। ਬਈ ਇਹਨਾਂ ਨੂੰ ਹੁਣ ਵੰਗਾਰ 'ਤੇ ਲਾ ਲਓ, ਇਹਨਾਂ ਨੂੰ ਵਿਹਲਿਆਂ ਨਾ ਛੱਡੋ, ਵੀ ਇਹ ਨਾ ਹੋਵੇ ਵਿਹਲੇ ਫੇਰ ਨਾ ਕਿਤੇ ਨਿਕਲ ਜਾਣ 'ਚ। ਉਹ ਫਿਰ ਇਹਨਾਂ ਨੇ ਆਪਦੀ ਵੰਗਾਰ 'ਤੇ ਲਾ ਦਿੱਤੀ। ਕਿਸੇ ਨੂੰ ਦੁਕਾਨ 'ਤੇ ਬਿਠਾ ਤਾ, ਕਿਸੇ ਨੂੰ ਦਿਹਾੜੀ 'ਤੇ ਲਾ ਤਾ, ਕਿਸੇ ਨੂੰ ਨੌਕਰੀ 'ਤੇ ਲਾ ਤਾ। ਇਸ ਤਰ੍ਹਾਂ ਫਿਰ ਸਾਰਾ ਦਿਨ ਤਾਂ ਸਾਤੋਂ ਆਪਦੀ ਗੁਲਾਮੀ ਕਰਾਉਂਦੀ, ਆਪਦੀ ਵੰਗਾਰ ਕਰਾਉਂਦੀ। ਜਦੋਂ ਰਾਤ ਹੁੰਦੀ ਬੰਦੀਖਾਨੇ 'ਚ ਲਿਜਾ ਕੇ ਬੰਦ ਕਰ ਦਿੰਦੀ, ਅਤੇ ਨਾਲ ਵੰਗਾਰ ਵੀ ਕਰਾਉਂਦੇ, ਨਾਲ ਭੁੱਖਾ ਪਿਆਸਾ ਵੀ ਰੱਖਦੇ, ਨੰਗਾ ਵੀ ਰੱਖਦੇ, ਅਤੇ ਨਾਲ ਕੁੱਟਦੇ, ਮਾਰਦੇ, ਛੱਡਦੇ ਨਹੀਂ ਮਨ। ਹੁਣ ਇਹ ਹਾਲਤ ਫਿਰ ਸਾਡੇ ਮਨਾਂ ਦੀ ਹੋ ਗਈ। ਜਦੋਂ ਮਨਾਂ ਦੀ ਇਹ ਹਾਲਤ ਫਿਰ ਮਾਲਕ ਦੇਖਦੇ ਬਈ ਇਹਨਾਂ ਨੂੰ ਬਣਾਈ ਤਾਂ ਰਾਜਾ ਸੀ, ਬਈ ਇਹ ਤਾਂ ਉੱਥੇ ਜਾ ਕੇ ਭਿਖਾਰੀ ਬਣ ਗਏ, ਮੰਗਤੇ ਬਣ ਗਏ, ਵੀ ਉੱਥੇ ਜਾ ਕੇ ਗੁਲਾਮ ਬਣ ਗਏ। ਹੁਣ ਮਨ ਨੂੰ ਫਿਰ ਇਹ ਸਾਰਾ ਇਹ ਭਰਮ ਪਾਉਂਦੇ
ਬਈ ਜਿਹੜੀ ਅਸੀਂ ਇਹਨਾਂ ਦੀ ਵੰਗਾਰ ਕਰਦੇ ਹਾਂ, ਇਹਨੂੰ ਅਸੀਂ ਆਪਦਾ ਸਮਝਣ ਲੱਗ ਜਾਂਦੇ ਵੀ ਇਹ ਸਾਡਾ ਹੀ ਕੰਮ ਹੈ ਜੀ। ਅਤੇ ਹੋਰ ਲਾਲਚ ਕਰਦੇ ਹਾਂ, ਹੋਰ ਲੋਭ ਕਰਦੇ ਹਾਂ ਵੀ ਹੋਰ ਵੰਗਾਰ ਕਰੀਏ, ਜ਼ਿਆਦਾ ਕਰੀਏ, ਅਤੇ ਨਾਲ ਵੰਗਾਰ ਦੇ ਫਿਰ ਹੋਰ ਲੜਾਈਆਂ ਝਗੜੇ ਵੀ ਕਰਦੇ ਦੂਸਰਿਆਂ ਨਾਲ। ਕੰਮ ਕਿਸੇ ਦਾ, ਵੰਗਾਰ ਕਿਸੇ ਦੀ, ਅਤੇ ਨਾਲ ਫਿਰ ਅਸੀਂ ਲੜਾਈਆਂ ਝਗੜੇ ਵੀ ਕਰਦੇ ਉਹ ਵੰਗਾਰ ਦੀ ਖਾਤਰ, ਵੀ ਮੈਂ ਜ਼ਿਆਦਾ ਕਰਦਾ ਤੂੰ ਘੱਟ ਕਰਦਾ। ਇਸ ਤਰ੍ਹਾਂ ਫਿਰ ਐਸਾ ਇਹ ਭਰਮ ਪਿਆ ਵੀ ਇੱਥੋਂ ਇਹ ਮਨ ਨਿਕਲ ਨਹੀਂ ਸਕਦਾ। ਇਹਨੂੰ ਭਿਖਾਰੀ ਬਣਾ ਦਿੱਤਾ, ਮੰਗਤਾ ਬਣਾ ਦਿੱਤਾ। ਮੰਗਤਾ ਭਿਖਾਰੀ ਬਣਿਆ ਹੋਇਆ, ਦਰ ਦਾ ਠੋਕਰਾਂ ਖਾਂਦਾ, ਮੰਗਦਾ ਫਿਰਦਾ, ਅਤੇ ਮੰਗਦਾ ਵੀ ਆਪਦੇ ਵਾਸਤੇ। ਜਿਨ੍ਹਾਂ ਨੇ ਗੁਲਾਮ ਬਣਾਇਆ ਉਹਨਾਂ ਦੀ ਖਾਤਰ ਹੀ ਮੰਗਦਾ, ਇਹ ਸਰੀਰ ਦੀ ਖਾਤਰ, ਜਿਹੜਾ ਕਿ ਨਾਸਵਾਨ ਆ, ਜਿਹੜਾ ਮਿਥਿਆ ਹੋਇਆ। ਦਿਨ ਰਾਤ ਇਹਦੀ ਖਾਤਰ ਹੀ ਕਰੀ ਜਾਂਦਾ, ਇਹਦੇ ਵਾਸਤੇ ਮੰਗਾ ਮੰਗੀ ਜਾਂਦਾ। ਇਹ ਉਦੋਂ ਕਹਿੰਦੇ ਬਈ ਇਹ ਮੰਗਤਾ ਬਣ ਗਿਆ, ਭਿਖਾਰੀ ਬਣ ਗਿਆ। ਸਤਿਗੁਰੂ ਉਦਾਹਰਨ ਦਿੰਦੇ ਇੱਕ ਰਾਜੇ ਦੀ, ਵੀ ਇੱਕ ਰਾਜਾ ਹੈ, ਉਹ ਆਪਦੇ ਸਿੰਘਾਸਣ 'ਤੇ ਬੈਠਾ, ਅਤੇ ਬੈਠੇ ਨੂੰ ਨੀਂਦ ਆ ਗਈ, ਸੌਂ ਗਿਆ। ਸੁੱਤਾ ਹੋਇਆ ਉਹ ਸੁਪਨਾ ਦੇਖਣ ਲੱਗਿਆ, ਅਤੇ ਸੁਪਨੇ ਵਿੱਚ ਉਹ ਕੀ ਦੇਖਦਾ ਹੈ ਬਈ ਜਿਹੜਾ ਉਹਦਾ ਰਾਜ ਭਾਗ ਸੀ ਉਹ ਸਾਰੇ ਹੀ ਖਤਮ ਹੋ ਗਿਆ, ਅਤੇ ਆਪਦੇ ਰਾਜ ਦੇ ਵਿੱਚ ਹੀ ਉਹ ਮੰਗਤਾ ਭਿਖਾਰੀ ਬਣ ਕੇ ਦਰ ਦਰ ਮੰਗਦਾ ਫਿਰਦਾ। ਹੁਣ ਉਹ ਰਾਜੇ ਵਾਲੀ ਹਾਲਤ ਸਾਡੇ ਮਨ ਰਾਜੇ ਦੀ ਹੋ ਗਈ। ਮਾਰੇ ਫਰਮਾਉਂਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਆਸ਼ਤ ਰਾਜ ਵਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਬਈ ਉਹੀਓ ਹਾਲਤ ਸਾਡੇ ਇਸ ਮਨ ਰਾਜੇ ਦੀ ਹੋਈ ਪਈ। ਬਣਾਇਆ ਰਾਜਾ ਸੀ, ਇੱਧਰ ਆ ਕੇ ਸੌਂ ਗਿਆ। ਇਹ ਸੁੱਤਾ ਹੋਇਆ ਹੁਣ ਸੁਪਨਾ ਦੇਖ ਰਿਹਾ, ਅਤੇ ਸੁਪਨੇ ਦੇ ਵਿੱਚ ਦਰ ਦਾ ਠੋਕਰਾਂ ਖਾਂਦਾ ਫਿਰਦਾ, ਮੰਗਦਾ ਫਿਰਦਾ, ਭਿਖਾਰੀ ਬਣਿਆ ਹੋਇਆ। ਹੁਣ ਜਦੋਂ ਇਹ ਹਾਲਤ ਸਤਿਗੁਰ ਦੇਖਦੇ, ਮਾਲਕ ਦੇਖਦੇ ਵੀ ਇਹਨੂੰ ਬਣਾ ਕੇ ਤਾਂ ਰਾਜਾ ਭੇਜਿਆ ਸੀ, ਇਹ ਤਾਂ ਉੱਥੇ ਜਾ ਕੇ ਮੰਗਤਾ ਬਣ ਗਿਆ, ਭਿਖਾਰੀ ਬਣ ਗਿਆ। ਫਿਰ ਜਿਹੜੇ ਗੁਰਮੁਖ ਮਾਲਕ ਨੂੰ ਅੱਛੇ ਲੱਗੇ, ਵੀ ਜਿਹੜੇ ਉਹਦੀ ਨਜ਼ਰ ਹੇਠ ਆਈ, ਉਹਨਾਂ ਨੂੰ ਫਿਰ ਆਪਣਾ ਆਪ ਜਨਾਕੀ, ਆਪਣਾ ਆਪ ਸਾਰਾ ਭੇਦ ਦੇ ਕੇ ਫਿਰ ਉਹਨਾਂ ਨੂੰ ਭੇਜਦੇ ਵੀ ਜਾਓ, ਉਹਨਾਂ ਨੂੰ ਜਾ ਕੇ ਦੱਸੋ, ਭੇਤ ਦਵੋ ਬਈ ਤੁਸੀਂ ਰਾਜੇ ਹੋ, ਤੁਸੀਂ ਭਿਖਾਰੀ ਨਹੀਂ ਹੋ। ਤੁਸੀਂ ਇੱਧਰ ਆ ਕੇ ਭਰਮ 'ਚ ਪੈ ਗਏ ਹੋ, ਤੁਸੀਂ ਸੌਂ ਗਏ ਹੋ, ਤੁਸੀਂ ਜਾਗੋ ਅਤੇ ਜਾ ਕੇ ਆਪਦਾ ਰਾਜ ਸੰਭਾਲੋ। ਹੁਣ ਉਹ ਗੁਰਮੁਖ ਮਾਲਕ ਦੇ ਭੇਜੇ ਹੋਏ ਸੰਸਾਰ 'ਚ ਆਉਂਦੇ। ਜਦੋਂ ਗੁਰਮੁਖ ਆਉਂਦੇ, ਉਹਨਾਂ ਨੇ ਸ਼ੁਰੂ ਕਰਨਾ ਆਪਣੇ ਦੇਸ਼ ਤੋਂ, ਚੌਥੇ ਪਾਤੋਂ। ਉਹਨਾਂ ਨੇ ਸ਼ੁਰੂ ਕਰਨੀ ਕਹਾਣੀ ਨਾਮ ਤੋਂ, ਸੱਚ ਤੋਂ, ਨਿਜ ਮਹਿਲ ਤੋਂ। ਹੁਣ ਇਹ ਭਿਖਾਰੀ ਬਣੇ ਹੋਏ ਮਨ, ਮੰਗਤੇ ਬਣੇ ਹੋਏ, ਨਾ ਤਾਂ ਇਹ ਚੌਥੇ ਪਦ ਨੂੰ ਜਾਣਦੇ, ਨਾ ਇਹ ਆਪਣੇ ਦੇਸ਼ ਨੂੰ ਜਾਣਦੇ, ਨਾ ਇਹਨਾਂ ਨੂੰ ਨਾਮ ਦਾ ਭੇਦ, ਨਾਮ ਨੂੰ ਜਾਣਦੇ, ਨਾ ਸੱਚ ਨੂੰ ਜਾਣਦੇ, ਇਹ ਨਾ ਹੀ ਇਹਨਾਂ ਨੂੰ ਨਿਜ ਮਹਿਲ ਦਾ ਪਤਾ ਫਿਰ ਕਰਦਾ। ਇਸ ਵਾਸਤੇ ਫਿਰ ਜਦੋਂ ਗੁਰਮੁਖ ਆ ਕੇ ਸਮਝਾਉਣਾ ਸ਼ੁਰੂ ਕਰਦੇ, ਅਤੇ ਇਹ ਕਮਲੇ ਹੋਏ ਮਨ ਉਹਨਾਂ ਦੇ ਉਲਟ ਹੋ ਜਾਂਦੇ, ਉਹਨਾਂ ਦੇ ਖਿਲਾਫ ਹੋ ਜਾਂਦੇ, ਉਹਨਾਂ ਦੀ ਉਹ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ, ਉਹਨਾਂ ਦੇ ਨਾਲ ਹੀ ਵੈਰ ਵਿਰੋਧ, ਈਰਖਾ, ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ। ਫਿਰ ਵੀ ਉਹ ਗੁਰਮੁਖ
ਭੇਜ ਦਿੱਤੀ ਜਾਂਦੇ, ਹੌਲੀ ਹੌਲੀ ਸਮਝਾਈ ਜਾਂਦੇ ਜੀਵਾਂ ਨੂੰ। ਫਿਰ ਕੁਝ ਜੀਵਾਂ ਨੂੰ ਸਮਝ ਲੱਗਣ ਲੱਗਦੀ ਵੀ ਇਹ ਜੋ ਵਿਚਾਰ ਕਰਦੇ, ਇਹ ਕਿਸੇ ਦੀ ਨਿੰਦਿਆ ਤਾਂ ਕਰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਨਾਲ ਵੈਰ ਵਿਰੋਧ ਦੀ ਗੱਲ ਨਹੀਂ ਕਰਦੇ। ਬਈ ਜਦੋਂ ਇਹ ਵਿਚਾਰ ਆਪਾਂ ਧਿਆਨ ਦੇ ਨਾਲ ਸੁਣਦੇ ਹਾਂ ਤੇ ਮਨ ਨੂੰ ਸੁੱਖ ਵੀ ਮਿਲਦਾ, ਸ਼ਾਂਤੀ ਵੀ ਬੜੀ ਆਉਂਦੀ। ਉਹ ਫਿਰ ਹੋਰਾਂ ਨੂੰ ਕਹਿੰਦੇ, ਜਿਹੜੇ ਜੀਵ ਉਹਨਾਂ ਨੂੰ ਮਾੜਾ ਕਹਿੰਦੇ, ਉਹਨਾਂ ਦੀ ਨਿੰਦਿਆ ਕਰਦੇ, ਉਹ ਕਹਿੰਦੇ ਵੀ ਤੁਸੀਂ ਐਵੇਂ ਉਹਨਾਂ ਦੀ ਨਿੰਦਿਆ ਨਾ ਕਰੋ, ਤੁਸੀਂ ਪਹਿਲਾਂ ਉਹਨਾਂ ਦੀ ਧਿਆਨ ਦੇ ਨਾਲ ਸੁਣੋ ਵੀ ਉਹ ਕਹਿੰਦੇ ਕੀ। ਬਈ ਤੁਸੀਂ ਉਹਨਾਂ ਦੀ ਵਿਚਾਰ ਨੂੰ ਸੁਣਿਆ, ਉਹ ਕਹਿੰਦੇ ਸੁਣਿਆ ਤਾਂ ਹੈ ਨਹੀਂ ਕਦੇ। ਕਹਿੰਦੇ ਫਿਰ ਤੁਸੀਂ ਨਿੰਦਿਆ ਕਾਹਤੋਂ ਕਰਦੇ ਉਹਨਾਂ ਦੀ, ਜੀ ਸੁਣਿਆ ਹੀ ਨਹੀਂ। ਪਹਿਲਾਂ ਤੁਸੀਂ ਉਹਨਾਂ ਦੀ ਵਿਚਾਰ ਸੁਣੋ ਤਾਂ ਸਹੀ, ਉਹਨਾਂ ਦੀ ਸੰਗਤ ਕਰੋ ਤਾਂ ਸਹੀ, ਉਹ ਦੇਖੋ ਤਾਂ ਸਹੀ ਵੀ ਕਹਿੰਦੇ ਕੀ ਨੇ। ਔਰ ਉਹ ਫਿਰ ਅੱਗੇ ਦੱਸਦੇ ਬਈ ਉਹ ਜੋ ਵਿਚਾਰ ਕਰਦੇ ਉਹ ਇਸ ਦੇਸ਼ ਦੀ ਗੱਲ ਨਹੀਂ ਕਰਦੇ, ਉਹ ਕਿਸੇ ਹੋਰ ਦੇਸ਼ ਦੀ ਗੱਲ ਕਰਦੇ, ਪਰਲੋਕ ਦੀ। ਜਿਹੜਾ ਜੀਵ ਸੁਣਦਾ ਉਹ ਮੁਕਤ ਹੋ ਜਾਂਦਾ, ਉਹਦੇ ਮਨ ਨੂੰ ਸੁੱਖ ਮਿਲਦਾ, ਸ਼ਾਂਤੀ ਮਿਲਦੀ। ਉਹ ਜਿਹੜੀ ਵਿਚਾਰ ਕਰਦੇ, ਅਚਰਜ ਕਰ ਦੇਣ ਵਾਲੀ, ਹੈਰਾਨ ਕਰ ਦੇਣ ਵਾਲੀ, ਬਈ ਜਿਹੜੀ ਗੱਲ ਅਸੀਂ ਕਦੇ ਸੁਣੀ ਨਹੀਂ ਹੁੰਦੀ, ਜਿਹਦਾ ਸਾਨੂੰ ਭੇਤ ਨਹੀਂ ਹੁੰਦਾ, ਉਹ ਗੱਲ ਦੱਸਦੇ। ਮਹਾਰਾਜ ਫਰਮਾਉਂਦੇ, ਅਗਮ ਅਗਾਧ ਪਾਰ ਬ੍ਰਹਮ ਸੋਈ, ਜੋ ਜੋ ਕਹੇ ਸੋ ਮੁਕਤਾ ਹੋਈ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਬਈ ਜੋ ਸਾਧੂ ਜਨ ਕਥਾ ਵਿਚਾਰ ਕਰਦੇ, ਅਚਰਜ ਹੈਰਾਨ ਕਰ ਦੇਣ ਵਾਲੀ, ਵੀ ਜਿਹੜੀ ਗੱਲ ਅਸੀਂ ਕਦੇ ਸੁਣੀ ਨਹੀਂ ਹੁੰਦੀ, ਜਿਹਦਾ ਸਾਨੂੰ ਭੇਦ ਨਹੀਂ ਹੁੰਦਾ, ਜਿਹਦੀ ਸਾਨੂੰ ਸਮਝ ਨਹੀਂ ਹੁੰਦੀ। ਉਹ ਫਿਰ ਜਿਉਂ-ਜਿਉਂ ਜੀਵ ਵਿਚਾਰ ਨੂੰ ਸੁਣਨਾ ਸ਼ੁਰੂ ਕਰਦੇ, ਸੁਣ ਕੇ ਸਾਨੂੰ ਪਹਿਲਾਂ ਤਾਂ ਸਮਝ ਨਹੀਂ ਲੱਗਦੀ, ਫਿਰ ਹੌਲੀ ਹੌਲੀ ਸਾਨੂੰ ਸਮਝ ਲੱਗਣ ਲੱਗ ਜਾਂਦੀ ਵੀ ਇਹ ਤਾਂ ਸਾਡੀ ਆਪਣੀ ਕਹਾਣੀ ਹੈ, ਸਾਡੇ ਮਨ ਦੀ, ਵੀ ਇਹ ਕਿਸੇ ਹੋਰ ਦੀ ਗੱਲ ਨਹੀਂ ਹੈ, ਸਾਡੀ ਸਾਰਿਆਂ ਦੀ ਆਪੋ ਆਪਣੀ ਕਹਾਣੀ। ਫਿਰ ਜਿਉਂ-ਜਿਉਂ ਅਸੀਂ ਸੁਣਦੀ ਕਹਾਣੀ ਨੂੰ ਤੇ ਨਾਲ ਉਹ ਆਪਾਂ ਨੂੰ ਸਿਮਰਨ ਦੱਸਦੇ ਵੀ ਸਿਮਰਨ ਕਰ। ਜਿਉਂ-ਜਿਉਂ ਅਸੀਂ ਸਿਮਰਨ ਕਰਦੇ ਹਾਂ, ਨਾਲ ਹੀ ਵਿਚਾਰ ਨੂੰ ਸੁਣਦੇ ਹਾਂ, ਫਿਰ ਸਾਡੇ ਮਨ 'ਤੇ ਜਿਹੜਾ ਜ਼ਹਿਰ ਚੜ੍ਹਿਆ ਹੁੰਦਾ ਉਹ ਜ਼ਹਿਰ ਲੈਣਾ ਸ਼ੁਰੂ ਹੋ ਜਾਂਦਾ। ਜਿਹੜੀ ਇਹਨਾਂ ਨੇ ਵਿੱਖ ਚੜ੍ਹਾਈ ਹੁੰਦੀ ਸਾਡੇ ਮਨ ਨੂੰ, ਜ਼ਹਿਰ ਦਿੱਤਾ ਹੁੰਦਾ, ਉਹ ਜ਼ਹਿਰ ਚੜ੍ਹਿਆ ਹੋਣ ਕਰਕੇ ਸਾਡੀ ਸੁੱਧ ਬੁੱਧ ਮਾਰੀ ਹੋਈ, ਉਹ ਸਾਨੂੰ ਹੌਲੀ ਹੌਲੀ ਹੋਸ਼ ਆਉਣ ਲੱਗਦਾ। ਜਿਉਂ-ਜਿਉਂ ਜ਼ਹਿਰ ਲੈਂਦਾ ਜਾਂਦਾ ਅਤੇ ਉਦੋਂ ਸਾਨੂੰ ਹੋਸ਼ ਆਉਂਦਾ ਜਾਂਦਾ। ਜਿਵੇਂ ਆਪਾਂ ਦੇਖਦੇ ਵੀ ਕਿਸੇ ਜੀਵ ਨੂੰ ਜ਼ਹਿਰ ਚੜ੍ਹ ਜਾਵੇ, ਉਹ ਬੇਹੋਸ਼ ਹੋ ਜਾਂਦਾ, ਉਹਨੂੰ ਸਮਝ ਨਹੀਂ ਲੱਗਦੀ, ਉਹਦੇ ਕੋਲ ਜੋ ਮਰਜ਼ੀ ਆਖੀ ਚੱਲ। ਜਿਉਂ-ਜਿਉਂ ਉਹਨੂੰ ਦਵਾਈ ਦਿੱਤੀ ਜਾਂਦੀ, ਉਹਨੂੰ ਜਿਉਂ-ਜਿਉਂ ਜ਼ਹਿਰ ਲੈਂਦਾ ਤਿਉਂ-ਤਿਉਂ ਫਿਰ ਉਹ ਹੋਸ਼ ਦੇ ਵਿੱਚ ਆਉਂਦਾ। ਇਸੇ ਤਰ੍ਹਾਂ ਹੀ ਸਾਡਾ ਮਨ, ਇਹਨੂੰ ਜਦੋਂ ਮੱਧ ਦਿੱਤੀ ਹੈ, ਜ਼ਹਿਰ ਚੜ੍ਹਿਆ, ਬੇਹੋਸ਼ ਹੋਇਆ ਹੋਇਆ, ਬੇਹੋਸ਼ੀ ਦੀ ਹਾਲਤ ਵਿੱਚ ਇਹਨੂੰ ਬਿਲਕੁਲ ਹੋਸ਼ ਨਹੀਂ। ਇਹੋ ਹਾਲਤ ਸੀ ਫਿਰ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਰੱਖਿਆ ਗਿਆ। ਉੱਥੇ ਜਿਹੜੇ ਰਾਜੇ ਸੀ ਪਹਿਲਾਂ ਹੀ ਬੰਦ ਕੀਤੇ ਹੋਏ, ਉਹ ਰਾਜਿਆਂ ਨੂੰ ਫਿਰ ਇਹ ਸਾਰੀ ਕਹਾਣੀ ਸਮਝਾਈ। ਮਹਾਰਾਜ ਜੀ ਕਥਾ ਕਹਾਣੀ ਕਰਦੇ, ਦੱਸਦੇ, ਫਿਰ ਉਹਨਾਂ ਨੂੰ ਸਮਝ ਲੱਗਣ ਲੱਗੀ। ਅਤੇ ਜਦੋਂ ਸਮਝ ਲੱਗੀ ਅਤੇ ਉਹਨਾਂ ਦੇ ਮਨਾਂ ਨੂੰ ਯਾਦ ਕਰਾ ਦਿੱਤਾ। ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਜਿੱਦਾਂ ਦਾ ਸਤਿਗੁਰੂ ਨੂੰ ਮੈਂ ਸੁਣਿਆ, ਉੱਦਾਂ ਦਾ ਹੀ ਦੇਖਿਆ ਵੀ ਉਹ ਸਾਨੂੰ ਵਿਛੜਿਆਂ ਹੋਇਆਂ ਨੂੰ ਫਿਰ ਮਾਲਕ ਦੇ ਨਾਲ ਮਿਲਾ ਦਿੰਦਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਠ।
ਵੀ ਉਹ ਸਾਨੂੰ ਵਿਛੜਿਆਂ ਨੂੰ ਮਿਲਾ ਦਿੰਦੀ। ਜਿਉਂ-ਜਿਉਂ ਸਾਨੂੰ ਇਹ ਕਥਾ ਕਹਾਣੀ ਸੁਣਾਉਂਦੇ, ਨਾਲ ਨਾਲ ਸਿਮਰਨ ਕਰਾਉਂਦੇ, ਉਹ ਸਾਡਾ ਜ਼ਹਿਰ ਲੱਥਦਾ ਜਾਂਦਾ। ਪਹਿਲਾਂ ਸਾਡੇ ਮੁੱਖ 'ਤੇ ਜ਼ਹਿਰ ਚੜ੍ਹਿਆ ਹੁੰਦਾ। ਜ਼ਹਿਰ ਚੜ੍ਹਿਆ ਹੋਣ ਕਰਕੇ ਅਸੀਂ ਫਿੱਕਾ ਬੋਲਦੇ ਹਾਂ, ਕੌੜਾ ਬੋਲਦੇ ਹਾਂ, ਮੰਦੇ ਬੋਲ ਬੋਲਦੇ ਹਾਂ। ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਨਾਲ ਈਰਖਾ ਕਰ ਲਈ, ਨਫ਼ਰਤ ਕਰ ਲਈ, ਕਿਸੇ ਨੂੰ ਫਿੱਕੇ ਬੋਲ ਬੋਲ ਲਏ, ਮਾੜਾ ਬੋਲ ਲਿਆ, ਉਹ ਜ਼ਹਿਰ ਚੜ੍ਹਿਆ ਹੁੰਦਾ। ਜਦੋਂ ਅਸੀਂ ਫਿਰ ਸਿਮਰਨ ਕਰਦੇ ਹਾਂ, ਇਹ ਸਾਡੇ ਮੁੱਖ 'ਚ ਅੰਮ੍ਰਿਤ ਆਉਣ ਲੱਗ ਜਾਂਦਾ। ਜਦੋਂ ਅੰਮ੍ਰਿਤ ਆਉਣ ਲੱਗ ਗਏ, ਜ਼ਹਿਰ ਲੈ ਗਏ, ਫਿਰ ਇਹ ਸਾਡੇ ਕੰਨਾਂ 'ਤੇ ਜ਼ਹਿਰ ਚੜ੍ਹਿਆ ਹੁੰਦਾ। ਕੰਨਾਂ 'ਤੇ ਜ਼ਹਿਰ ਚੜ੍ਹਿਆ ਹੋਣ ਕਰਕੇ ਸਾਨੂੰ ਉਹ ਨਿੰਦਿਆ ਚੁਗਲੀ ਮਿੱਠੀ ਲੱਗਦੀ, ਕਿਸੇ ਦੀ ਨਿੰਦਿਆ ਉਹ ਚੰਗੀ ਲੱਗਦੀ ਵੀ ਸੁਣੀਏ, ਕਿਸੇ ਦੀ ਬੁਰਾਈ ਉਹ ਚੰਗੀ ਲੱਗਦੀ ਕਿਉਂਕਿ ਉਹ ਜ਼ਹਿਰ ਮਿਲਦਾ। ਅਤੇ ਇਸ ਕਰਕੇ ਕਹਿੰਦੇ ਵੀ ਉਹ ਜ਼ਹਿਰ ਚੜ੍ਹਿਆ ਹੁੰਦਾ ਫਿਰ ਕੰਨਾਂ 'ਚ। ਜ਼ਹਿਰ ਚੜ੍ਹਿਆ ਹੋਣ ਕਰਕੇ ਸਾਨੂੰ ਅੰਦਰੋਂ ਮਾਲਕ ਦੀ ਆਵਾਜ਼ ਜਿਹੜੀ ਨਾਮ, ਉਹ ਸੁਣਾਈ ਨਹੀਂ ਦਿੰਦੀ। ਬਾਹਰੋਂ ਹੋਰ ਜ਼ਹਿਰ ਲਈ ਜਾਂਦੇ ਹਾਂ, ਹੋਰ ਵਿੱਖ ਹੋਰ ਉਦਈ ਜਾਂਦੀ। ਕਿਸੇ ਦੀ ਨਿੰਦਿਆ ਸੁਣ ਲਈ, ਕਿਸੇ ਦੀਆਂ ਚੁਗਲੀਆਂ ਸੁਣ ਲਈਆਂ, ਕਿਸੇ ਦੇ ਔਗਣ ਫਰੋਲੇ, ਉਹ ਸਾਰਾ ਕੁਝ ਲਈ ਜਾਂਦੇ ਇਹ ਕੰਨਾਂ ਰਾਹੀਂ। ਇਹ ਜਦੋਂ ਫਿਰ ਆਪਾਂ ਇਹ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਸਾਡੇ ਕੰਨਾਂ ਤੋਂ ਜ਼ਹਿਰ ਲੱਥ ਜਾਂਦਾ ਜਦੋਂ ਅਸੀਂ ਮਾਲਕ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੰਦੇ। ਜਦੋਂ ਅਸੀਂ ਸੁਣਦੇ ਹਾਂ, ਸਾਡੇ ਕੰਨਾਂ ਦੀ ਤ੍ਰਿਪਤੀ ਹੋ ਜਾਂਦੀ। ਪਹਿਲਾਂ ਤੋਂ ਕੰਨ ਰਸ ਸੀ ਜੀਵ ਨੂੰ, ਕੰਨ ਰਸ ਹੋਣ ਕਰਕੇ ਉਹ ਸੁਣੇ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਨੂੰ ਆਦਤ ਹੁੰਦੀ ਵੀ ਕਿਸੇ ਦੇ ਔਗਣ ਮੈਨੂੰ ਦੱਸੋ। ਇਹੋ ਜੀਵ ਸੰਸਾਰ 'ਚ ਕਹਿੰਦੇ ਵੀ ਸੁਣਾਓ ਕੋਈ ਗੱਲਬਾਤ, ਕੋਈ ਨਵੀਂ ਤਾਜ਼ੀ ਸੁਣਾਓ, ਕੋਈ ਹੋਰ ਸੁਣਾਓ ਨਵੀਂ। ਉਹ ਫਿਰ ਲੋਕ ਨਵੀਆਂ ਦੱਸਦੇ ਵੀ ਅਤੇ ਨਵੀਆਂ ਸੁਣਦੇ ਵੀ। ਜਿਹੜੀ ਪਹਿਲਾਂ ਦੀ ਹੁੰਦੀ ਕਹਿੰਦੇ ਇਹ ਤਾਂ ਪੁਰਾਣੀ ਹੋ ਗਈ, ਇਹ ਨਹੀਂ, ਹੁਣ ਹੋਰ ਕੋਈ ਨਵੀਂ ਦੱਸੋ। ਨਵਾਂ ਕੀ ਹੈ? ਉਹ ਜ਼ਹਿਰ, ਉਹ ਬੈਠੇ, ਉਹਨੇ ਹੋਰ ਸੁੱਧ ਬੁੱਧ ਮਾਰ ਦੇਣੀ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜਦੋਂ ਅਸੀਂ ਸਤ ਸੰਗਤ ਕਰਦੇ, ਸਾਨੂੰ ਭੇਤ ਆਉਂਦਾ ਨਾਮ ਦਾ, ਇਹਦੇ ਸਾਡੇ ਕੰਨਾਂ ਤੋਂ ਜ਼ਹਿਰ ਲੱਥ ਜਾਂਦਾ। ਕਿਉਂਕਿ ਲਾਈ ਇਸ ਵਾਸਤੇ, ਇਹ ਸਰਬਣੋਂ ਮੇਰੀ ਉਹ ਸਾਚੇ ਸੋਨੇ ਨੋ ਪਠਾਈ, ਸਾਚੇ ਸੋਨੇ ਨੋ ਪਠਾਈ, ਸਰੀਰ ਲਾਈ ਸੁਣੋ ਸਤ ਬਾਣੀ। ਵੀ ਉਹ ਅਸੀਂ ਬਾਣੀ ਨੂੰ ਸੁਣਨਾ, ਅੰਦਰੋਂ ਨਾਮ ਨੂੰ। ਉਹ ਜਦੋਂ ਸੁਣਨਾ ਸ਼ੁਰੂ ਕਰ ਦਿੱਤਾ ਅਤੇ ਕੰਨਾਂ ਤੋਂ ਵੀ ਜ਼ਹਿਰ ਲੈ ਗਏ, ਰਸਨਾ ਤੋਂ ਵੀ ਲੈ ਗਏ, ਕੰਨਾਂ ਤੋਂ ਵੀ ਲੈ ਗਏ। ਫਿਰ ਇਹ ਅੱਖਾਂ 'ਤੇ ਸਾਡੇ ਜ਼ਹਿਰ ਚੜ੍ਹਿਆ ਹੋਇਆ। ਅੱਖਾਂ ਰਾਹੀਂ ਅਸੀਂ ਮੰਦਾ ਦੇਖਦੇ, ਮਾੜਾ ਦੇਖਦੇ। ਉਹ ਜ਼ਹਿਰ ਚੜ੍ਹਿਆ ਹੋਣ ਕਰਕੇ ਸਾਨੂੰ ਪਰਮਾਤਮਾ ਦਿਸਦਾ ਹੀ ਨਹੀਂ, ਦਿਖਾਈ ਨਹੀਂ ਦਿੰਦਾ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਕਾਲ ਨੇ ਕਿੱਥੇ ਕਿੱਥੇ ਜ਼ਹਿਰ ਚੜ੍ਹਾਇਆ। ਕਾਲ ਜਾਲ ਜੀਭਾ ਔਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ। ਬਈ ਇਹ ਕਾਲ ਨੇ ਜ਼ਹਿਰ ਕਿੱਥੇ ਦਿੱਤਾ? ਇਹ ਸਾਡੀ ਰਸਨਾ 'ਤੇ, ਇਹ ਸਾਡੀਆਂ ਅੱਖਾਂ 'ਤੇ, ਇਹ ਸਾਡੇ ਕੰਨਾਂ 'ਤੇ ਇਹ ਜ਼ਹਿਰ ਚੜ੍ਹਿਆ। ਹੁਣ ਜਦੋਂ ਫਿਰ ਆਪਾਂ ਇਹ ਸਿਮਰਨ ਕਰਦੇ ਹਾਂ, ਨਾਲ ਨਾਲ ਗੁਰੂ ਦੀ ਮੱਤ ਲੈਂਦੇ ਹਾਂ, ਇਹ ਕੰਨਾਂ ਤੋਂ ਵੀ ਲੈ ਗਏ, ਰਸਨਾ ਤੋਂ ਵੀ ਲੈ ਗਏ, ਫਿਰ ਇਹ ਅੱਖਾਂ 'ਤੇ ਰਹਿ ਗਏ ਜ਼ਹਿਰ। ਫਿਰ ਜਦੋਂ ਆਪਾਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਉਹ ਸਾਡਾ ਪੜਦਾ ਪਾਸੇ ਕਰ ਦਿੰਦੇ ਭਰਮ ਦਾ, ਅਤੇ ਸਾਨੂੰ ਮਾਲਕ ਦੇ ਸਨਮੁਖ ਕਰ ਦਿੰਦੇ, ਅਤੇ ਸਾਡੀਆਂ ਨਾਕਾਂ ਤੋਂ ਵੀ ਜ਼ਹਿਰ ਲੈ ਜਾਂਦੇ। ਜਦੋਂ ਇਹ ਅੱਖਾਂ ਤੋਂ ਵੀ ਜ਼ਹਿਰ ਲੈ ਗਏ ਅਤੇ ਸਾਨੂੰ ਮਾਲਕ ਦਿਸਣਾ ਸ਼ੁਰੂ ਹੋ ਗਏ, ਫਿਰ ਆਪਾਂ ਇਹਨਾਂ ਅੱਖਾਂ ਦੁਆਰਾ ਪਰਮਾਤਮਾ ਨੂੰ ਦੇਖਦੇ ਹਾਂ, ਕੰਨਾਂ ਦੁਆਰਾ ਮਾਲਕ ਦੀ ਆਵਾਜ਼ ਨੂੰ ਸੁਣਦੇ, ਅਤੇ ਇਹ ਰਸਨਾ ਦੁਆਰਾ ਮਾਲਕ ਦੇ ਗੁਣ ਗਾਉਂਦੇ। ਫਿਰ ਸਾਨੂੰ ਦਰਗਾਹ 'ਚ ਥਾਂ ਮਿਲ ਜਾਂਦੀ ਜਦੋਂ ਸਾਡੀ ਇਹ ਅਵਸਥਾ ਬਣ ਜਾਂਦੀ। ਮਹਾਰਾਜ ਕਹਿੰਦੇ ਅੰਤਰ ਗੁਰ ਅਰਾਧਨਾ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ।
ਸਰਬਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆਂ, ਦਰਗਹਿ ਪਾਈਏ ਠਾਉ। ਦਰਗਾਹ 'ਚ ਥਾਂ ਹੈ ਸਨ। ਸੋ ਐਸੀ ਅਵਸਥਾ 'ਚ ਫਿਰ ਜਦੋਂ ਸਾਡਾ ਮਨ ਚਲਾ ਜਾਂਦਾ, ਫਿਰ ਅਸੀਂ ਇਹ ਬੰਦੀਖਾਨੇ 'ਚੋਂ ਆਜ਼ਾਦ ਹੋ ਜਾਂਦੇ। ਫਿਰ ਅਸੀਂ ਇਹ ਬੰਦੀਖਾਨੇ 'ਚ ਨਹੀਂ ਰਹਿੰਦੇ, ਕਿਉਂਕਿ ਬੰਦੀਖਾਨਾ ਕਾਹਦਾ ਸੀ? ਇਹ ਵਿਚਾਰਾਂ ਦਾ, ਭਰਮ ਦਾ ਬੰਦੀਖਾਨਾ। ਭਰਮ ਦੇ ਵਿੱਚ ਹੋਣ ਕਰਕੇ ਅਸੀਂ ਇਹ ਬੰਦੀਖਾਨੇ 'ਚ ਕੈਦ ਹੋਏ। ਜਦੋਂ ਫਿਰ ਗੁਰਮੁਖ ਆਉਂਦੇ ਸੰਸਾਰ ਦੇ ਵਿੱਚ, ਉਹਨਾਂ ਨੂੰ ਫਿਰ ਇਹ ਖੁੱਲ੍ਹ ਹੁੰਦੀ। ਜਿਵੇਂ ਆਪਾਂ ਦੇਖਦੇ ਵੀ ਜਿਹੜੇ ਕੈਦੀ ਹੁੰਦੇ ਜੇਲ੍ਹਾਂ 'ਚ ਬੰਦ ਨੇ, ਜਿਹੜੇ ਸਰਕਾਰੀ ਕਰਮਚਾਰੀ, ਉਹਨਾਂ ਨੂੰ ਆਉਣ ਜਾਣ ਦੀ ਖੁੱਲ੍ਹ, ਵਕੀਲ ਆ ਜਾ ਸਕਦੇ, ਔਰ ਜਿਹੜੇ ਸਰਕਾਰੀ ਕਰਮਚਾਰੀ ਉਹ ਆ ਜਾ ਸਕਦੇ ਅੰਦਰ। ਔਰ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਖੁੱਲ੍ਹ ਹੈ, ਉਹ ਬੰਦੀਖਾਨੇ 'ਚ ਵੀ ਆ ਸਕਦੇ, ਇੱਥੋਂ ਸਾਨੂੰ ਕੱਢ ਕੇ ਲਿਜਾ ਸਕਦੇ, ਅਤੇ ਉਹ ਆਪਣੇ ਦੇਸ਼ ਦੇ ਵਿੱਚ ਵੀ ਆਉਂਦੇ ਜਾਂਦੇ। ਇਸ ਲਈ ਫਿਰ ਗੁਰਮੁਖ ਸਾਨੂੰ ਬੰਦੀਖਾਨੇ ਵਿੱਚ ਹੀ ਉਹ ਬੰਦਗੀ 'ਤੇ ਲਾ ਦਿੰਦੇ, ਉਹ ਸਾਨੂੰ ਸਿਮਰਨ ਕਰਨ 'ਤੇ ਲਾ ਦਿੰਦੇ। ਮਾਰੇ ਕਹਿੰਦੇ ਬੰਦੀ ਅੰਦਰ ਸਿਫਤ ਕਰਾਵੇ, ਤਾਂ ਕੋ ਕਹੀਏ ਬੰਦਾ। ਵੀ ਇਹ ਬੰਦੀਖਾਨੇ ਵਿੱਚ ਹੀ ਸਾਨੂੰ ਉਹ ਸਿਫਤ-ਸਲਾਹ 'ਤੇ ਲਾ ਦਿੰਦੇ, ਮਾਲਕ ਦੀ ਵਡਿਆਈ 'ਤੇ ਲਾ ਦਿੰਦੇ, ਸਿਮਰਨ ਕਰਨ 'ਤੇ ਲਾ ਦਿੰਦੇ। ਜਦੋਂ ਅਸੀਂ ਸਿਮਰਨ ਕਰਨ 'ਤੇ ਲੱਗ ਗਏ, ਅਤੇ ਅਸੀਂ ਇਹ ਬੰਦੀਖਾਨੇ 'ਚੋਂ ਆਜ਼ਾਦ ਹੋ ਜਾਣ। ਕਿਉਂਕਿ ਪਹਿਲਾਂ ਤਾਂ ਅਸੀਂ ਆਪ ਹੀ ਆਜ਼ਾਦ ਹੋਣਾ ਚਾਹੁੰਦੇ ਹੀ ਨਹੀਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈ ਪਹਿਲਾਂ ਤਾਂ ਵੀ ਅਸੀਂ ਬੰਦ ਹੋਏ ਹਾਂ। ਫਿਰ ਅਸੀਂ ਇੱਥੋਂ ਆਜ਼ਾਦ ਹੋਣਾ ਨਹੀਂ ਚਾਹੁੰਦੇ, ਸਾਨੂੰ ਗਿਆਨ ਨਹੀਂ, ਸਾਨੂੰ ਸੋਝੀ ਨਹੀਂ, ਅਸੀਂ ਇੱਥੋਂ ਨਿਕਲਣਾ ਨਹੀਂ ਚਾਹੁੰਦੇ। ਅਸੀਂ ਆਪ ਹੀ ਆਪਦੇ ਆਪ ਨੂੰ ਬਣਾਇਆ ਹੋਇਆ। ਜਦੋਂ ਫਿਰ ਅਸੀਂ ਸਿਫਤ-ਸਲਾਹ ਕਰਨ ਲੱਗਦੇ ਮਾਲਕ ਦੀ, ਫਿਰ ਸਾਡੇ ਤੋਂ ਜ਼ਹਿਰ ਲੱਥਦਾ, ਅਤੇ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਬੈਠੇ ਕਿੱਥੇ ਹਾਂ, ਬੰਦੀਖਾਨੇ 'ਚ। ਫਿਰ ਅਸੀਂ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਅਸੀਂ ਪੁੱਛਦੇ ਸਤਿਗੁਰਾਂ ਤੋਂ ਵੀ ਸਾਡੇ 'ਤੇ ਕਿਰਪਾ ਕਰੋ, ਸਾਨੂੰ ਕੱਢੋ ਇੱਥੋਂ। ਫਿਰ ਉਹ ਗੁਰਮੁਖ ਸੰਤ ਸਾਧੂ ਜਨ ਸਾਨੂੰ ਇਹ ਸਾਰਾ ਉਪਦੇਸ਼ ਦਿੰਦੇ ਹੋਏ ਸਾਨੂੰ ਫਿਰ ਇਹ ਬੰਦੀਖਾਨੇ ਦੇ ਵਿੱਚੋਂ ਆਜ਼ਾਦ ਕਰਾ ਦਿੰਦੇ। ਜਿਵੇਂ ਛੇਵੇਂ ਪਾਤਸ਼ਾਹ ਨੇ ਉੱਥੇ ਜਿਹੜੇ ਰਾਜੇ ਸੀ ਪਹਿਲਾਂ ਕਿਲ੍ਹੇ ਵਿੱਚ ਬੰਦ ਕੀਤੇ ਹੋਏ, ਉਹਨਾਂ ਨੂੰ ਵੀ ਆਜ਼ਾਦ ਕਰਾਇਆ। ਪਹਿਲਾਂ ਮਨਾਂ ਨੂੰ ਵੀ ਆਜ਼ਾਦ ਕਰਾਇਆ, ਇਹਦੇ ਸਰੀਰ ਰੂਪ ਦੇ ਵਿੱਚ ਵੀ ਉਹਨਾਂ ਨੂੰ ਆਜ਼ਾਦ ਕਰਾਇਆ ਉੱਥੇ। ਇਸੇ ਤਰ੍ਹਾਂ ਹੀ ਸਤਿਗੁਰੂ ਅੱਜ ਵੀ ਸਾਡੇ ਇਹਨਾਂ ਮਨਾਂ ਨੂੰ ਬੰਦੀਖਾਨੇ ਵਿੱਚੋਂ ਆਜ਼ਾਦ ਕਰਾਉਂਦੇ ਵੀ ਤੁਸੀਂ ਇੱਥੋਂ ਕਿਲ੍ਹੇ 'ਚੋਂ ਬਾਹਰ ਨਿਕਲੋ, ਤੁਸੀਂ ਆਪਦੇ ਘਰ ਆਵੋ, ਤੁਸੀਂ ਆਪਣੇ ਦੇਸ਼ ਆਵੋ। ਔਰ ਕਿਵੇਂ ਅਸੀਂ ਆਪਦੇ ਦੇਸ਼ ਨੂੰ ਵਾਪਸ ਮੁੜਨਾ, ਕਿਵੇਂ ਸਾਡਾ ਜ਼ਹਿਰ ਲੱਥਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਦੱਸੇ। ਜਿਉਂ-ਜਿਉਂ ਆਪਾਂ ਮੁੱਖ ਦੁਆਰਾ ਸਿਮਰਨ ਕਰਾਂਗੇ, ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣਾਂਗੇ ਧਿਆਨ ਨਾਲ, ਅਤੇ ਆਪਦਿਆਂ ਸਾਡਾ ਜ਼ਹਿਰ ਲੱਥਦਾ ਜਾਏਗਾ, ਅਤੇ ਸਾਨੂੰ ਸੋਝੀ ਆਉਂਦੀ ਜਾਣੀ, ਸਾਨੂੰ ਸਮਝ ਲੱਗਦੀ ਜਾਣੀ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਇਹ ਅਭਿਆਸ ਕਰਨ ਨੂੰ ਕਹਿ ਰਹੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ ਤੇ ਉਦੋਂ ਫਿਰ ਸਾਡੇ ਮਨ ਦਾ ਜ਼ਹਿਰ ਲੱਥਦਾ, ਫਿਰ ਹੀ ਸਾਨੂੰ ਸਮਝ ਲੱਗਦੀ ਹੈ। ਸੋ ਇਸ ਵਾਸਤੇ ਹੁਣੇ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ ਅਤੇ ਨਾਲ ਨਾਲ ਆਪਾਂ ਬੇਨਤੀਆਂ ਕਰਨੀਆਂ ਸਤਿਗੁਰਾਂ ਨੂੰ, ਬਈ ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਉਹਨਾਂ ਰਾਜਿਆਂ ਦੇ ਮਨਾਂ ਨੂੰ ਰਿਹਾ ਕਰਾਇਆ, ਬਈ ਉਸੇ ਤਰ੍ਹਾਂ ਹੀ ਸਾਡੇ ਵੀ ਮਨ ਇਹ ਬੰਦੀਖਾਨੇ ਵਿੱਚੋਂ ਰਿਹਾ ਹੋ ਜਾਣ। ਪਹਿਲਾਂ ਤਾਂ ਸਾਡੇ ਮਨ ਇਹ ਰਾਜੀ ਹੋ ਜਾਣੇ ਬੰਦੀਖਾਨਾ ਛੱਡਣ ਨੂੰ, ਕਿਉਂਕਿ ਛੱਡਣਾ ਹੀ ਨਹੀਂ ਚਾਹੁੰਦੇ। ਇਹ ਮਨ ਆਪ ਹੀ ਆਜ਼ਾਦ ਨਹੀਂ ਹੋਣਾ ਚਾਹੁੰਦਾ, ਇੱਥੋਂ ਨਿਕਲਣਾ ਨਹੀਂ ਚਾਹੁੰਦਾ। ਮਹਾਰਾਜ ਕਿਰਪਾ ਕਰਨ ਵੀ ਪਹਿਲਾਂ ਸਾਡਾ ਮਨ ਰਾਜੀ ਹੋ ਜੇ ਇੱਥੋਂ ਨਿਕਲਣ ਵਾਸਤੇ। ਇਹ ਆਪ ਹੀ ਸਤਿਗੁਰੂ ਕਿਰਪਾ ਕਰਕੇ ਵੀ ਰਾਜੀ ਮਨ ਨੂੰ ਕਰ ਲੈਣ ਅਤੇ ਮਨ ਨੂੰ ਇੱਥੋਂ ਕੱਢ ਲੈਣ ਅਤੇ ਕੱਢ ਕੇ ਆਪਾਂ ਨੂੰ ਘਰ ਲੈ ਜਾਣ ਚੌਥੇ ਪਦ ਵਿੱਚ। ਸੋ ਇਹੋ ਆਪਣੇ ਜੀਵਨ ਦਾ ਸਾਰਿਆਂ ਦਾ ਮਕਸਦ ਹੈ, ਸਾਰਿਆਂ ਦਾ ਮਨੋਰਥ, ਵੀ ਇੱਥੋਂ ਅਸੀਂ ਉੱਪਰ ਉੱਠ ਕੇ ਬੰਦੀਖਾਨੇ 'ਚੋਂ ਬਾਹਰ ਜਾਣਾ, ਚੌਥੇ ਪਦ ਵਿੱਚ ਜਾਣਾ, ਮਾਲਕ ਨਾਲ ਮਿਲਾਪ ਕਰਨਾ। ਜਦੋਂ ਮਨ ਜਾਗ ਪਏਗਾ, ਘਰ ਚਲਾ ਜਾਏਗਾ ਮਹਿਲ ਦੇ ਵਿੱਚ, ਫਿਰ ਉਦੋਂ ਕਹਿੰਦੇ ਵੀ ਹੁਣ ਗੁਰਮੁਖ ਦਾ ਰਾਜ, ਉਦੋਂ ਕਹਿੰਦੇ ਖਾਲਸਾ ਰਾਜ।
ਉਦੋਂ ਫਿਰ ਖਾਲਸੇ ਦਾ ਰਾਜ ਆਉਂਦਾ ਇਸ ਨਗਰੀ ਤੇ, ਇਹ ਦੇਸ਼ ਦੇ ਉੱਤੇ। ਹੋਰ ਕੋਈ ਇਹ ਨਹੀਂ ਵੀ ਖਾਲਸੇ ਨੇ ਬਾਹਰ ਰਾਜ ਕਰਨਾ ਕਿਸੇ ਦੇਸ਼ 'ਤੇ, ਇਹ ਸਰੀਰ ਨੂੰ ਦੇਸ਼ ਕਹਿੰਦੇ। ਇਹਦੇ ਉੱਤੇ ਸਾਡੇ ਮਨ ਰਾਜੇ ਨੇ ਰਾਜ ਕਰਨਾ। ਜਦੋਂ ਇਹ ਜਾਗ ਪਏਗਾ ਉਦੋਂ ਕਹਿੰਦੇ ਖਾਲਸਾ ਰਾਜ, ਹਲੀਮੀ ਰਾਜ, ਵੀ ਹੁਣ ਖਾਲਸੇ ਦਾ ਰਾਜ ਹੋ ਰਿਹਾ। ਜਦੋਂ ਮਨ ਨੂੰ ਜ਼ਹਿਰ ਦਿੱਤਾ ਹੁੰਦਾ ਉਦੋਂ ਇਹਨਾਂ ਪੰਜਾਂ ਦਾ ਰਾਜ ਹੁੰਦਾ, ਉਦੋਂ ਕੂੜ ਦਾ ਰਾਜ ਚੱਲਦਾ। ਇਹਨਾਂ ਦੇ ਰਾਜ ਦੇ ਵਿੱਚ ਦੁੱਖ ਹੀ ਦੁੱਖ ਹੁੰਦਾ। ਇਧਰ ਪਰਜਾ ਨੂੰ ਨਸ਼ਾ ਦੇਣਾ ਸ਼ੁਰੂ ਕਰ ਦਿੰਦੇ, ਅੰਦਰ ਹੀ ਹੜਤਾਲਾਂ ਸ਼ੁਰੂ ਹੋ ਜਾਂਦੀ। ਇੰਨੀ ਪਰਜਾ ਦੁਖੀ ਹੋ ਜਾਂਦੀ ਵੀ ਅੰਦਰ ਹੀ ਗਟਾ ਵੱਢੀ ਸ਼ੁਰੂ ਹੋ ਜਾਂਦੀ, ਇੱਕ ਦੂਸਰੇ ਨੂੰ ਜੀ ਮਾਰਨਾ ਸ਼ੁਰੂ ਕਰ ਦਿੰਦੀ। ਉਹ ਹੁੰਦਾ ਤਾਂ ਹੀ ਹੈ, ਤਾਈਓ ਫਿਰ ਇਹ ਸਾਰੇ ਦਾ ਕਾਰਨ ਮਨ ਨੂੰ ਮੰਨਿਆ ਜਾਂਦਾ ਵੀ ਕਿਉਂ ਜਾ ਕੇ ਉੱਥੇ ਸੁੱਤਾ, ਤੂੰ ਸੁੱਤਾ ਤੇ ਤਾਂ ਪਰਜਾ ਦੀ ਇਹ ਹਾਲਤ। ਜੇ ਤੂੰ ਜਾਗਦਾ ਰਹਿੰਦਾ ਤੈਨੂੰ ਰਾਜਾ ਬਣਾਇਆ ਸੀ ਤੇ ਤੂੰ ਖਾਲਸਾ ਰਾਜ ਕਰਦਾ। ਇਸ ਵਾਸਤੇ ਫਿਰ ਮਾਰੇ ਕਹਿੰਦੇ ਵੀ ਉਦੋਂ ਫਿਰ ਇਹ ਰਾਜ ਹੁੰਦਾ ਖਾਲਸੇ ਦਾ, ਹੋਊਗਾ ਹਲੀਮੀ ਰਾਜ, ਹਲੀਮੀ ਰਾਜ, ਖਾਲਸ ਰਾਜ, ਜਦੋਂ ਮਨ ਜਾਗੇਗਾ। ਸੋ ਇਸ ਵਾਸਤੇ ਹੁਣ ਮਨ ਨੂੰ ਜਗਾਉਣ ਲਈ ਇਹ ਆਪਸ ਮਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਅਤੇ ਵੱਧ ਤੋਂ ਵੱਧ ਇਹ ਆਪਸ ਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਮਨੋਰਥ ਵਾਹਿਗੁਰੂ ਨਿਰੰਕਾਰ ਨੂੰ ਮਿਲਣਾ ਹੈ, ਕਿਵੇਂ ਆਪਾਂ ਮਿਲ ਸਕਦੇ, ਕਿਵੇਂ ਬੰਦੀਖਾਨੇ 'ਚੋਂ ਆਜ਼ਾਦ ਹੋ ਸਕਦੇ ਹਾਂ, ਉਹ ਸਾਰਾ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਭੇਜ ਦਿੱਤਾ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿ